ਮੈਨੂੰ ਸਾਡੀ ਯਾਤਰੀ ਰਾਜੇ ਦੇ ਮਹਿਲ ਦਾ ਗਰਾਊਂਡ ਪੂਰੀ ਕਰਨੀ ਹੈ। ਰਾਜਾ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਰਾਣੀ ਦੇ ਦਰੋਂ ਤੋਂ ਪੈਦਾ ਹੋਣਾ ਬੰਦ ਕਰ ਗਏ। ਉਹਦਾ ਮਤਲਬ ਸ਼ੁਰੂ ਕਰਤਾ ਨੁਮਾਇੰਦਾ ਲੋਕ ਇਨਸਾਫ ਪਾਰਟੀ ਆਪਣੇ ਮੁੱਖ ਮੰਤਰੀ ਕੋਲੇ ਗਏ ਸੀ ਪੀਸਫੁਲ ਤਰੀਕੇ ਦੇ ਨਾਲ। ਉਹ ਸਾਨੂੰ ਬਾਬਾ ਸਾਹਿਬ ਸੰਵਿਧਾਨਕ ਰਾਈਟ ਦੇ ਕੇ ਗਏ, ਤੁਸੀਂ ਸਾਨੂੰ ਕੁੱਟ ਲਾਓ, ਮੁਕੱਦਮਾ ਦੇ ਦਿਓ, ਜੇਲ੍ਹ ਸੁੱਟ ਦਿਓ, ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣੇ ਮਿਸ਼ਨ ਦੇ ਵਿੱਚ ਉਹਨੇ ਮਜ਼ਬੂਤੀ ਦੇ ਨਾਲ ਆਪਣਾ ਦੁਆਰਾ ਐਂਡ ਮੈਂ ਲਿਖ ਕੇ ਦੇ ਦਿੰਦਾ ਸਰਕਾਰ ਨੂੰ ਧਰਮ ਸੋਚ ਕੱਢਣਾ ਹੀ ਪਏਗਾ। ਇਲੈਕਸ਼ਨ ਈਅਰ ਆ, ਇਹ ਦਲਿਤ ਵਰਗ ਸਭ ਤੋਂ ਪਹਿਲਾਂ ਵੋਟ ਪਾਉਣ ਵਾਸਤੇ ਕੌਣ ਜਾਂਦਾ? ਇਹ ਗਰੀਬ ਤੇ ਦਲਿਤ ਜਾਂਦੇ ਆ। ਇਹਨਾਂ ਨੇ ਬਾਈਕਾਟ ਕਰਨਾ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਆ। ਮੈਂ ਕੱਲ੍ਹ ਹੁਸ਼ਿਆਰਪੁਰ ਗਿਆ, ਬੀਐਡ ਕਰਦੀਆਂ ਬੱਚੀਆਂ 17 ਤਰੀਕ ਨੂੰ, ਮਤਲਬ ਕੱਲ੍ਹ ਨੂੰ ਪੇਪਰ ਆ, ਉਹਨਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ। ਜਲੀਲ ਕੀਤਾ ਜਾ ਰਿਹਾ, ਕਦੇ ਡੀਸੀ ਦਾ ਅਫਸਰ, ਕਦੇ ਵੈਲਫੇਅਰ ਦਾ ਅਫਸਰ, ਕਦੇ ਕਾਲਜ। ਉਹਨਾਂ ਨੂੰ ਰੋਲ ਨੰਬਰ ਦਵਾਏ। ਬੇਟੀਆਂ ਨੇ ਕੱਲ੍ਹ ਬੱਚੀਆਂ ਨੇ ਆਪਣਾ ਬੀਐਡ ਦਾ ਐਗਜ਼ਾਮ ਦੇਣਾ 310 ਕਰੋੜ। ਸਭ ਤੋਂ ਪਹਿਲਾਂ ਤਾਂ ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਕੋਲ ਮਾਫੀ ਮੰਗਦਾ। ਬਹੁਤ ਸਾਰੀ ਸੰਗਤ ਤਾਂ ਚਲੇ ਵੀ ਗਈ ਕਿਉਂਕਿ ਕੋਈ 10-20 ਮਿੰਟ ਅੱਧੇ ਘੰਟੇ ਦੀ ਲੇਟ ਹੋ ਜਾਵੇ ਤੇ ਬੰਦਾ ਇੰਤਜ਼ਾਰ ਕਰ ਲੈਂਦਾ। ਜਦੋਂ ਲੇਟ 4-4 ਘੰਟੇ ਵੀ ਹੋ ਜਾਵੇ ਤੇ ਫਿਰ ਇੰਤਜ਼ਾਰ ਕਰਨਾ ਦੋਸਤੋ ਬੜਾ ਮਾਫੀ ਮੰਗਦਾ। ਪ੍ਰਬੰਧਾਂ ਦੇ ਵਿੱਚ ਥੋੜੀ ਜਿਹੀ ਉਨਤਾਈ ਕਿਉਂਕਿ ਅੱਜ ਪਹਿਲਾਂ ਦਿਨ ਆ, ਪ੍ਰਬੰਧਾਂ ਦੀ ਉਨਤਾਈ ਇਸ ਕਰਕੇ ਰਹੀ ਕਿਉਂਕਿ ਜਦੋਂ ਬਰਾਲਗੜ੍ਹ ਸਾਹਿਬ ਗਏ ਪਹਿਲਾਂ ਤਾਂ ਜਿੱਥੇ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਿਤ, ਉੱਥੇ ਪ੍ਰਬੰਧਕਾਂ ਨੇ ਜਿਹੜਾ ਆਓ ਭਗਤ ਅਸੀਂ ਪਿਆਰ, ਉਸ ਤੋਂ ਬਾਅਦ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਸੰਬੰਧਿਤ ਗੁਰੂ ਘਰ ਉੱਥੇ ਦੇ ਪ੍ਰਬੰਧਕਾਂ ਦਾ। ਸੋ ਮੈਂ ਸਮਝਦਾ ਜਿਹੜੇ ਲੋਕਲ ਲੀਡਰ ਸੀਗੇ ਜੇ ਉਹ ਇੱਥੇ 12 ਵਜੇ ਦਾ ਪ੍ਰੋਗਰਾਮ ਕਰਦੇ ਨਾ ਕੋਜੇਵਾਲ ਦੇ ਆਪਾਂ 12 ਵਜੇ ਉੱਥੇ ਰੁਕ ਕੇ ਕਰਨਾ ਤੇ ਫਿਰ ਕਿਸੇ ਨੂੰ ਅਸੁਵਿਧਾ ਨਾ ਜਾਣੇ ਗਲਤੀ ਹੋ ਗਈ। ਪਹਿਲਾ ਦਿਨ ਸੀਗਾ, ਫਿਰ ਮਾਫੀ ਮੰਗਦਾ ਤੇ ਸੰਖੇਪ ਦੇ ਵਿੱਚ ਕਿਉਂਕਿ ਆਪਾਂ ਆਲਰੇਡੀ ਲੇਟ ਆ ਆਪਣੇ ਪਿੰਡਾਂ ਵਾਲੇ ਜਿੱਥੋਂ ਵੀ ਇਹ ਦਲਿਤ ਬਚਾਓ ਯਾਤਰਾ ਲੰਘਣੀ ਹੈ ਉਹਨਾਂ ਪਿੰਡਾਂ ਦੇ ਸੰਸਕਾਰਯੋਗ ਲੋਕ, ਖਾਸ ਕਰਕੇ ਜਿਹੜੇ ਦਲਿਤ ਸਮਾਜ ਦੇ ਜਿਨ੍ਹਾਂ ਦੇ ਬੱਚੇ ਬੱਚੀਆਂ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਦਲਿਤ ਵਜ਼ੀਫਾ ਸਕੀਮ ਤਹਿਤ ਪੜ੍ਹਦੇ ਆ, ਜਿਸ ਟਾਈਮ ਲਾਗੇ ਸੋਈ ਜਾਣਾ, ਜਿਨ੍ਹਾਂ ਦੇ ਬਾਪ ਦੇ ਕੋਲੇ ਪੈਸੇ ਨਹੀਂ ਪੜ੍ਹਾਈ ਕਰਾਉਣ ਵਾਸਤੇ, ਬੱਚੇ ਪੜ੍ਹਾਈ 'ਚ ਇੰਟੈਲੀਜੈਂਟ ਆ, ਉਹ ਇੰਤਜ਼ਾਰ ਕਰਦੇ ਆ ਕਿ ਆਪਣੀ ਯਾਤਰਾ ਦਲਿਤ ਵਿਦਿਆਰਥੀ ਬਚਾਓ ਯਾਤਰਾ ਦਾ ਮਕਸਦ ਆ ਕਿ ਉਸ ਕਾਂਗਰਸ ਦਾ ਬਾਈਕਾਟ ਕਰਨਾ ਜਿਹੜੀ ਕਾਂਗਰਸ ਦੇ ਵਜ਼ੀਰ ਨੇ ਸੈਂਕੜੇ ਕਰੋੜ ਰੁਪਏ ਦਾ ਘਪਲਾ ਕੀਤਾ। ਸਾਧੂ ਸਿੰਘ ਧਰਮਸੋਤ ਨੇ ਸੀਬੀਆਈ ਦੀ ਜਾਂਚ ਵੀ ਕਰਾਈ ਔਰ ਮੁੱਖ ਮੰਤਰੀ ਦੀ ਨਵੀਂ ਜਾਂਚ ਇੱਕ ਚੀਫ ਸੈਕਟਰੀ ਨੂੰ ਦੇ ਰਹੇ ਆ। ਤੁਸੀਂ ਨਵੀਆਂ ਜਾਂਚਾਂ ਮੁੱਖ ਮੰਤਰੀ ਸਾਹਿਬ ਜਮ ਕੇ ਕਰਾ ਲਓ, ਪਰ ਜਿੰਨੀ ਦੇਰ ਤੱਕ ਨਵੀਂ ਜਾਂਚ ਚੱਲਦੀ ਹੈ ਕਮ ਸੇ ਕਮ ਮੋਦੀ ਦੇਰ ਤੱਕ ਤਾਂ ਧਰਮਸੋਤ ਨੂੰ ਸਸਪੈਂਡ ਹੀ ਕਰਦੇ ਹੋ। ਮੇਰਾ ਖਿਆਲ ਤੁਸੀਂ ਸਾਰੇ ਪੱਤਰਕਾਰ ਦੋਸਤ ਸਾਰੇ ਜਿੰਨੇ ਸੱਜਣ ਖੜੇ ਹੋ ਇਹ ਗੱਲ ਨਾਲ ਸਹਿਮਤ ਹੋ। ਤੁਸੀਂ ਇੱਕ ਦੋਸ਼ੀ ਜਿਹਨੇ ਸੈਂਕੜੇ ਕਰੋੜ ਰੁਪਇਆ ਖਾ ਲਿਆ, ਉਹ ਆਪਣੀ ਕੁਰਸੀ ਤੇ ਬੈਠਾ, ਤਾਕਤਵਰ ਕੁਰਸੀ ਹੈ। ਇੱਕ ਨਵਾਂ ਅਫਸਰ ਕੀ ਉਹਦੇ ਬੈਠਿਆ ਆਜ਼ਾਦਾਨਾ ਤੌਰ ਤੇ ਜਾਂਚ ਪੜਤਾਲ ਕਰ ਸਕਦਾ? ਇਹਦਾ ਭਲਾ ਹੋਵੇ ਉਸ IAS ਦਾ, ਡਿਪਟੀ ਚੀਫ ਸੈਕਟਰੀ ਦਾ, ਜਿਹਨੇ ਸੈਂਕੜੇ ਪੇਜਾਂ ਦੀ ਰਿਟਨ ਰਿਪੋਰਟ ਸਰਕਾਰ ਨੂੰ ਸੌਂਪੀ ਸਕੂਲ ਪ੍ਰੂਫ ਸਮੇਤ ਲਾ ਕੇ ਕਿ ਇਹ ਸਾਧੂ ਸਿੰਘ ਧਰਮਸੋਤ ਸੈਂਕੜੇ ਕਰੋੜ ਰੁਪਇਆ ਖਾ ਗਿਆ। ਕੱਲ ਮੈਂ ਹੁਸ਼ਿਆਰਪੁਰ ਜਾ ਕੇ ਆਇਆ, ਉੱਥੇ ਬੀਐਡ ਕਰਦੀਆਂ ਦਲਿਤ ਪਰਿਵਾਰ ਦੀਆਂ ਬੱਚੀਆਂ 17 ਤਰੀਕ ਅੱਜ 16 ਆ, ਕੱਲ ਨੂੰ 17 ਤਰੀਕ ਨੂੰ ਉਹਨਾਂ ਦਾ ਪੇਪਰ ਆ, ਉਹਨਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ। ਮੈਨੂੰ ਤੇ ਮਹਿਲ ਨੰਗਲ ਹੁਸ਼ਿਆਰਪੁਰ ਵਾਲੇ ਜੋਗਿੰਦਰ ਜੀ ਸਾਰਿਆਂ ਦਾ ਫੋਨ ਆਇਆ ਕਿ ਕਾਲੇ ਵਾਲੇ ਰੋਲ ਨੰਬਰ ਨਹੀਂ ਦੇ ਰਹੇ, ਤੁਸੀਂ ਆ ਕੇ ਬੱਚੀਆਂ ਨੂੰ ਰੋਲ ਨੰਬਰ ਦਵਾ ਕੇ ਜਾਓ। ਤੇ ਉਹ ਬੱਚੀਆਂ ਭਾਵੁਕ ਹੋਈਆਂ ਹੋਈਆਂ, ਕਦੇ ਉਹਨਾਂ ਨੂੰ ਇੱਕ ਦਫ਼ਤਰ ਤੋਂ ਦੂਸਰੇ ਤੋਂ ਤੀਸਰੇ। ਤੇ ਗੁਰੂ ਦੀ ਕਿਰਪਾ ਤੇ ਤੁਹਾਡੀਆਂ ਦੁਆਵਾਂ, ਜਿੱਥੇ ਅਕਾਲੀਆਂ ਤੇ ਕਾਂਗਰਸੀਆਂ ਦੇ ਦਰਵਾਜ਼ੇ ਬੰਦ ਹੁੰਦੇ ਆ ਤੇ ਉੱਥੇ ਲੋਕ ਇਨਸਾਫ ਪਾਰਟੀ ਦਾ ਕੰਮ ਸ਼ੁਰੂ ਹੋ ਜਾਂਦਾ। ਲੋਕ ਇਨਸਾਫ ਪਾਰਟੀ ਜਿੱਥੇ ਸ਼ਾਸਨ ਤੇ ਪ੍ਰਸ਼ਾਸਨ ਹੱਥ ਖੜੇ ਕਰਦਾ ਹੈ
ਤੇ ਫਿਰ ਉੱਥੇ ਲੋਕ ਇਨਸਾਫ ਪਾਰਟੀ ਦੇ ਕੰਮ ਦੀ ਸ਼ੁਰੂਆਤ ਹੁੰਦੀ ਹੈ। ਉਹਨਾਂ ਬੱਚਿਆਂ ਨੂੰ ਰੋਲ ਨੰਬਰ ਦਵਾ ਕੇ ਉਹਨਾਂ ਨੂੰ ਕਿਹਾ ਵੀ ਬੇਟਾ ਜਾ ਕੇ ਤਣਾਅ ਮੁਕਤ, ਕਿਉਂਕਿ ਜਦੋਂ ਮੈਂ ਵੀ ਪੜ੍ਹਦਾ ਰਿਹਾ, ਤੁਸੀਂ ਸਾਰੇ ਪੜ੍ਹੇ ਆ, ਬੱਚਾ ਜੇ ਤਣਾਅ ਦੇ ਵਿੱਚ ਆ ਤੇ ਨਹੀਂ ਪੜ੍ਹਾਈ ਦੇ ਵਿੱਚ ਮਨ ਲੱਗ ਸਕਦਾ ਉਹਦਾ। ਬੱਚਿਆਂ ਨੂੰ ਕਿਹਾ ਵੀ ਜਾਓ ਤੁਸੀਂ ਪੜ੍ਹੋ, ਤੁਹਾਨੂੰ ਰੋਲ ਨੰਬਰ ਮਿਲ ਗਏ, ਚੰਗੀ ਮਿਹਨਤ ਦੇ ਨਾਲ ਆਪਣਾ ਪੇਪਰ ਦਿਓ। ਮਕਸਦ ਕੀ ਆ ਕਿ ਪੰਜਾਬ ਦੇ ਵਿੱਚੋਂ ਲੁੱਟ ਮਾਫੀਆ ਖਤਮ ਕਰਨਾ। ਇੱਕ ਉਹ ਮਹੱਤਵ ਜਿਹੜਾ 500 ਰੁਪਇਆ ਦਿਹਾੜੀ ਲੈਂਦਾ, 400 ਰੁਪਇਆ ਰੇਹੜੀ ਰਿਕਸ਼ਾ ਚਲਾਉਂਦਾ, ਮਜ਼ਦੂਰੀ ਕਰਦਾ ਹੈ, ਜਾਂ ਜਿਹਦੀ ਤਨਖਾਹ ਕਿਸੇ ਫੈਕਟਰੀ 'ਚ ਲੱਗਿਆ 8-9 ਹਜ਼ਾਰ 10,000 ਰੁਪਇਆ ਤਨਖਾਹ, ਤੇ ਦੋਸਤੋ ਜਦੋਂ ਉਹ ਕਿਸੇ ਸਰਕਾਰੀ ਦਫ਼ਤਰ 'ਚ ਕੰਮ ਕਰਾਉਣ ਜਾਂਦਾ ਨਾ, ਉਹਨੂੰ 500 ਰੁਪਇਆ ਦੇਣਾ ਹਜ਼ਾਰਾਂ ਦੀ ਰਿਸ਼ਵਤ ਬੜੀ ਦੂਰ ਦੀ ਗੱਲ ਆ। ਤੇ ਸਰਕਾਰਾਂ ਵਾਲੇ ਆਉਂਦੇ ਆ ਹਰ 5 ਸਾਲਾਂ ਬਾਅਦ ਵੱਡੇ ਵੱਡੇ ਤੁਹਾਡੇ ਨਾਲ ਵਾਅਦੇ ਕਰਦੇ ਆ। ਕਦੇ ਕਿਸੇ ਨੇ ਇਹ ਗੱਲ ਸੋਚੀ ਵੀ ਇੱਕ 500-400 ਲੈਣ ਵਾਲਾ ਦਿਹਾੜੀਦਾਰ ਜਾਂ 8-9 ਹਜ਼ਾਰ ਰੁਪਇਆ ਕਮਾਉਣ ਵਾਲਾ ਮਜ਼ਦੂਰ ਜਦੋਂ ਕਿਸੇ ਸਰਕਾਰੀ ਦਫ਼ਤਰ 'ਚ ਜਾਂਦਾ, ਉਹਦੇ ਕੋਲ 2,000-2,500 ਰੁਪਇਆ ਰਿਸ਼ਵਤ, ਤੇ ਫਿਰ ਉਹਦਾ ਮਹੀਨੇ ਦਾ ਬਜਟ ਹਿੱਲ ਜਾਂਦਾ। ਉਹ ਬਜਟ ਡਾਮਾਡੋਲ ਹੋਇਆ, ਉਹਨੂੰ ਸਮਤਲ ਕਰਨ ਵਾਸਤੇ ਕਿਸੇ ਸੂਦਖੋਰ ਕੋਲੋਂ ਵਿਆਜ ਦੇ ਪੈਸੇ ਲੈਂਦਾ। ਵਿਆਜ ਦੇ ਪੈਸੇ 8-10% ਵਾਲੇ ਮੁੜਦੇ ਨਹੀਂ। ਇਹ ਆਮ ਹਕੀਕਤ ਹੈ ਸਾਡੇ ਪੰਜਾਬ ਦੇ ਮਜ਼ਦੂਰ ਤੇ ਦਲਿਤ ਪਰਿਵਾਰਾਂ ਦੀ, ਗਰੀਬ ਪਰਿਵਾਰਾਂ ਦੀ। ਤੇ ਫਿਰ ਜਦੋਂ ਵਿਆਜ ਤੇ ਵਿਆਜ ਲੱਗਦਾ, ਰਕਮ ਮੁੜਦੀ ਨਹੀਂ, ਤੇ ਫਿਰ ਉਹ ਮਜ਼ਦੂਰ, ਉਹ ਦਲਿਤ, ਉਹ ਗਰੀਬ, ਫਿਰ ਜਾਂ ਪੱਖੇ ਨੂੰ ਲਟਕਦਾ ਤੇ ਜਾਂ ਸਰਕਾਰ ਦੀਆਂ ਗੋਲੀਆਂ। ਇਹ ਸਰਕਾਰਾਂ ਬਣਾਉਣ ਵਾਲੇ ਆਉਂਦੇ ਆ ਹਰ 5 ਸਾਲਾਂ ਬਾਅਦ ਇੱਕ ਘਰ ਦੇ ਵਿੱਚ ਇੱਕ ਨੌਕਰੀ, 5500 ਰੁਪਇਆ ਤੁਹਾਡੀ ਪੈਨਸ਼ਨ, 25,000 ਸ਼ਗਨ ਸਕੀਮ, ਤੁਹਾਡਾ 52,000 ਰੁਪਇਆ ਬੱਚੀ ਦੇ ਵਿਆਹ ਦੀ ਸ਼ਗਨ ਸਕੀਮ, 2500 ਰੁਪਇਆ ਤੁਹਾਡੀ ਜਿਹੜੀ ਜੇ ਬੱਚਿਆਂ ਨੂੰ ਨੌਕਰੀ ਦੇਵਾਂਗੇ ਤੇ ਬੇਰੁਜ਼ਗਾਰੀ ਭੱਤਾ। ਹੁਣ 4 ਸਾਲ ਦਾ ਅਰਸਾ ਲੰਘ ਗਿਆ। 10 ਸਾਲ ਪਹਿਲਾਂ ਤੁਸੀਂ ਬਾਦਲਾਂ ਦੇ ਸਾਰਿਆਂ ਨੇ ਚੰਗੀ ਤਰੀਕੇ ਦੇ ਨਾਲ ਆਪਾਂ ਦੇਖਿਆ ਉਹਨਾਂ ਨੇ ਪੰਜਾਬ ਨੂੰ ਕਿਵੇਂ ਲੁੱਟਿਆ, ਤੇ 4 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਬੰਦੇ ਤੇ ਖੁਦ ਕੈਪਟਨ ਸਾਹਿਬ ਉਸੇ ਤਰੀਕੇ ਲੁੱਟ ਰਹੇ ਆ। ਬਦਲੀ ਕਰੋ ਇੱਕ ਵਾਰ। ਕੀ ਮਜਾਲ ਕਿਸੇ ਬੇਈਮਾਨ ਦੀ ਛੋਟੇ ਰੁਪਈਏ ਇੱਕ ਪੈਸੇ ਵੱਲ ਵੀ ਕੋਈ ਮਾੜੀ ਨਜ਼ਰ ਰੱਖ ਕੇ ਦੇਖੂਗੇ। ਮੈਂ ਵਾਅਦਾ ਕਰਦਾ ਤੁਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਲੈ ਕੇ ਆਓ। ਮੈਂ ਵਾਅਦਾ ਕਰਦਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਤੇ ਤੁਹਾਡੀ ਦਵਾਈ, ਤੁਹਾਡਾ ਇਲਾਜ ਤੇ ਬੱਚਿਆਂ ਦੀ ਪੜ੍ਹਾਈ ਗਵਰਨਮੈਂਟ ਸਕੂਲਾਂ ਦੇ ਲੈਵਲ ਦੀ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਬਹੁਤ ਕੁਛ ਹੈ ਪੰਜਾਬ ਦੇ ਕੋਲ। ਅੱਜ ਨੀਤੀ ਹੈਗੀ ਆ ਪਰ ਨੀਅਤ ਨਹੀਂ, ਨੀਅਤ ਬੇਈਮਾਨ ਹੈ। ਅੱਜ ਤੁਸੀਂ ਵੋਟ ਪਾ ਕੇ ਸਰਕਾਰ ਦੇ ਦਿੰਦੇ ਹੋ, ਫਿਰ ਉਹ 5 ਸਾਲ ਇਹ ਸੋਚਿਆ ਵੀ ਅਸੀਂ 5 ਸਾਲਾਂ ਦੇ ਵਿੱਚ 5 ਪੁਸ਼ਤਾਂ ਵਾਸਤੇ ਧਨ ਇਕੱਠਾ ਕਿਵੇਂ ਕਰਾਂ। ਤੁਹਾਨੂੰ 73 ਸਾਲ ਹੋ ਗਏ ਕਾਦੀ ਤੇ ਕਾਂਗਰਸੀਆਂ ਨੂੰ ਸਰਕਾਰਾਂ ਦਿੰਦਿਆਂ ਨੂੰ। 5 ਸਾਲ ਉਹ ਲੁੱਟਦਾ ਵਾਰੀ ਬਣ ਕੇ, ਫਿਰ ਦੂਜੇ ਲੁੱਟਦੇ ਆ। 5 ਸਾਲ ਸੰਧੀ ਕੀਤੀ ਆ ਵੀ ਜਦੋਂ ਅਸੀਂ ਸਰਕਾਰ ਦੇ ਵਿੱਚ ਅਸੀਂ ਲੁੱਟਣਾ ਤੇ ਤੁਸੀਂ ਨਹੀਂ ਬੋਲਣਾ। ਜਦੋਂ ਤੁਹਾਡੀ ਸਰਕਾਰ ਆ ਗਈ ਤੇ ਫਿਰ ਤੁਸੀਂ ਸਾਨੂੰ ਕੁਝ ਨਹੀਂ ਕਹਿਣਾ, ਅਸੀਂ ਨਹੀਂ ਤੁਹਾਡੇ ਖਿਲਾਫ ਬੋਲਣਾ। ਇੱਕ ਵਾਰੀ ਬਦਲੀ ਕਰੋ। ਮੈਂ ਦੁਆਬੇ ਦੀ ਧਰਤੀ ਬਰਾਲਗੜ੍ਹ ਸਾਹਿਬ ਗੁਰਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਇਆ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਪੁੱਟ ਲਓ ਸਾਨੂੰ, ਸਾਡੇ ਡਾਂਗਾ ਮਾਰ ਲਓ, ਮੁਕੱਦਮੇ ਦੇ ਦਿਓ, ਜੇਲ੍ਹਾਂ 'ਚ ਸੁੱਟ ਦਿਓ, ਪਰ ਸੱਚੀ ਗੱਲ ਕਹਿ ਕੇ ਹਟਾਂਗੇ। ਆ ਮੇਰੇ ਨੌਜਵਾਨ ਸਾਥੀ ਖੜੇ ਆ, ਦੇਖਿਆ ਲੋਕ ਇਨਸਾਫ ਪਾਰਟੀ ਜਦੋਂ ਬੇਈਮਾਨਾਂ ਦੇ ਚਿਹਰੇ ਬੇਨਕਾਬ ਕਰਦੀ ਆ, ਤੇ ਵੱਡੇ ਵੱਡੇ ਅਫਸਰ ਜਿਨ੍ਹਾਂ ਦੀ ਤਨਖਾਹ 1.5 ਲੱਖ ਰੁਪਈਆ, ਉਹ ਕੰਨ ਫੜ ਮਾਫੀਆਂ ਮੰਗਦਾ ਵੀ ਬੈਂਸ ਸਾਹਿਬ ਇੱਕ ਵਾਰੀ ਛੱਡ ਦੇ। ਇਹ ਲੋਕ ਇਨਸਾਫ ਪਾਰਟੀ ਵਿਰੋਧ ਦੇ ਵਿੱਚ ਸਿਰਫ 2 MLA, ਜੇ ਵਿਰੋਧ ਦੇ ਵਿੱਚ 2 MLA ਹੁੰਦੇ ਇਹ ਪਾਰਟੀ ਇੰਨਾ ਕੰਮ ਕਰ ਸਕਦੀ ਹੈ ਤੇ ਫਿਰ ਤਕਾਜ਼ਾ ਲਾਓ ਜਦੋਂ ਸਰਕਾਰ ਆ ਗਈ ਕਰ ਦਿਆਂਗੇ, ਬੇਈਮਾਨਾਂ ਨੂੰ ਸਿੱਧੇ ਨਹੀਂ ਕਰ ਦਿਆਂਗੇ। ਕੀ ਮਜਾਲ ਕਿਸੇ ਬੇਈਮਾਨ ਦੀ ਤੁਹਾਨੂੰ ਤੰਗ ਕਰਦੇ ਹੋਏ, ਕੀ ਮਜਾਲ ਕਿਸੇ ਕਰਪਟ ਦੀ ਤੁਹਾਡੀ ਸਕੀਮ ਲਈ ਕੇਂਦਰ ਤੋਂ ਆਏ ਫੰਡਾਂ ਦੇ ਵਿੱਚ ਕੋਈ ਗਬਨ ਕਰ ਜਾਵੇ। ਜਿੱਥੇ ਬਾਪੂ ਇਮਾਨਦਾਰ ਸਖਤ ਹੋਵੇ ਉੱਥੇ ਪੁੱਤ ਫਿਰ ਟੱਕਰੇ ਵਰਗੇ ਸਿੱਧੇ ਹੋ ਕੇ ਬਾਪੂ ਦੀ ਇਮਾਨਦਾਰੀ ਔਰ ਸਖਤੀ ਤੋਂ ਡਰਦੇ ਆ। ਜਿੱਥੇ ਬਾਪੂ ਬੇਈਮਾਨ ਹੋਵੇ ਉੱਥੇ ਪੁੱਤ ਬੇਈਮਾਨ ਨਹੀਂ, ਬੇਈਮਾਨ ਬਦਮਾਸ਼ ਬਣ ਜਾਂਦੇ। ਅੱਜ ਸਾਡੇ ਪੰਜਾਬ ਦੇ ਹਾਲਾਤ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ ਜਿਹੜੇ ਮਹਿਕਮੇ ਆ, ਚਾਹੇ ਉਹ ਐਕਸਾਈਜ਼ ਆ, 4000 ਕਰੋੜ ਰੁਪਏ ਦਾ ਗਬਨ ਐਕਸਾਈਜ਼ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਖੇਤੀਬਾੜੀ, ਬੀਜ ਕਪੜਾ। ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਲਾਅ ਐਂਡ ਆਰਡਰ, ਹੋਮ ਮਿਨਿਸਟਰੀ, ਚੱਪੇ ਦੇ ਰੇਤਾ ਬਜਰੀ ਚੋਰੀ ਹੋ ਰਿਹਾ। ਜਿਹੜੇ ਪਰਿਵਾਰ ਦਾ ਬਾਪੂ ਬੇਈਮਾਨ ਹੈ ਉੱਥੇ ਪੁੱਤ ਬੇਈਮਾਨ ਬਦਮਾਸ਼ ਹੈ।
ਸੋ ਅੱਜ ਜਿਹੜੀ ਯਾਤਰਾ ਜਿਹਨੂੰ ਨਾਮ ਦਿੱਤਾ ਦਲਿਤ ਵਿਦਿਆਰਥੀ ਬਚਾਓ ਯਾਤਰਾ, ਦੋਸਤੋ ਜਿੰਨੇ ਤੁਸੀਂ ਨੌਜਵਾਨ ਸਾਥੀ ਖੜੇ ਹੋ ਜਿਹੜੇ ਸਕੂਲ ਕਾਲਜ ਤੇ ਯੂਨੀਵਰਸਿਟੀ 'ਚ ਹੈ, ਇਹ ਤੁਹਾਡਾ ਵਿਸ਼ਾ। ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਤੁਹਾਡੇ ਸਰਕਲ ਦੇ ਵਿੱਚ ਕੰਟੈਕਟ ਹੈਗੇ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰੋ ਕਿ ਅਸੀਂ ਕਾਂਗਰਸ ਦਾ ਬਾਈਕਾਟ ਕਰਦੇ ਹਾਂ ਜਿੰਨੀ ਦੇਰ ਤੱਕ ਸਾਧੂ ਸਿੰਘ ਧਰਮਸੋਤ ਤੁਸੀਂ ਬਰਖਾਸਤ ਨਹੀਂ ਕਰਦੇ। ਇੱਕ ਗੱਲ ਮੇਰੀ ਸੁਣ ਲਓ ਤੁਸੀਂ ਸਾਰੇ ਜਣੇ, ਜੇ ਇਸ ਵਾਰ ਸਾਧੂ ਸਿੰਘ ਧਰਮਸੋਤ ਬਚ ਗਿਆ, ਕਾਰਵਾਈ ਨਾ ਹੋਈ ਤੇ ਤੁਹਾਡੇ ਬੱਚੇ ਦਲਿਤ ਵਜ਼ੀਫਾ ਰਾਸ਼ੀ ਜੋ ਨਹੀਂ ਪੜ ਸਕਣਗੇ। ਇਹ ਭਾਵਨਾ ਚਲੇਗੀ, ਸੰਦੇਸ਼ ਚਲੇਗਾ ਕਿ ਇੱਕ ਸੈਂਕੜੇ ਕਰੋੜ ਦਾ ਗਬਨ ਕਰਨ ਵਾਲਾ ਉਹਦਾ ਕੁਝ ਨਹੀਂ ਹੋ ਸਕਿਆ। ਲੁੱਟ ਲਓ ਇਸ ਪੈਸੇ ਨੂੰ। ਤੇ ਜੇ ਤੁਸੀਂ ਹੁਣ ਸਾਧੂ ਸਿੰਘ ਧਰਮਸੋਤ ਟੰਗ ਲਿਆ, ਜੇ ਹੁਣ ਕਾਂਗਰਸ ਦਾ ਬਾਈਕਾਟ ਕਰਕੇ ਸਖਤੀ ਦੇ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਾ ਲਿਆ ਤੇ ਭਵਿੱਖ ਦੇ ਵਿੱਚ ਤੁਹਾਡੇ ਬੱਚਿਆਂ ਦੇ ਇਸ ਦਲਿਤ ਵਜ਼ੀਫਾ ਰਾਸ਼ੀ ਵੱਲ ਕੋਈ ਚੋਰ ਚੋਰੀ ਕਰਨ ਦੀ ਹਿੰਮਤ ਦੇਖ ਤੱਕ ਨਹੀਂ ਸਕਦਾ। ਇਸ ਪੈਸੇ ਦੇ ਵੱਲ ਮੇਰੀ ਗਰੰਟੀ ਹੈ। ਇੱਕ ਵੀਰ ਪੱਤਰ ਸਾਹਿਬ ਸਿੱਧ ਕਰਨ ਦੀ ਜ਼ਰੂਰਤ ਹੈ, ਇੱਕ ਵੀਰ ਪੱਤਰ ਕੱਢਣ ਦੀ ਜ਼ਰੂਰਤ ਹੈ। तो मैं आस करूंगा जी आज यात्रा 3 टायर 2 पैर साधु तरी नहीं खैर पत्रकार वीर मैंने पुछ के हटिया भी ਇਹਦਾ ਵਰਣਨ ਕਰੋ। ਅਸੀਂ ਆ ਪੈਂਪਲੇਟ ਦਿਓ ਵੀ ਕਿ ਸਾਰਿਆਂ ਨੂੰ ਪੈਂਪਲੇਟ ਦੀ ਸ਼ੁਰੂਆਤ ਉਹਦੇ ਉੱਤੇ ਵਰਣਨ ਕੀਤਾ। 3 ਟਾਇਰ मतलब ਕਿ ਰਿਕਸ਼ਾ ਤੇ ਆਟੋ ਰਿਕਸ਼ਾ ਵੀਰ ਦੀ ਸਵਾਰੀ ਹੈ। 2 ਪੈਰ ਕਿਰਤ ਨਾਲ ਸੁੰਦਰ ਤੇ ਦਸਾਂ ਨਾਮ ਦੀ ਕਿਰਤ ਕਰਨ ਵਾਲਾ ਪੈਦਲ ਚੱਲਣ ਵਾਲਾ ਸਾਥੀ ਜਿਹੜਾ ਮਜ਼ਦੂਰੀ ਕਰਦਾ ਤੇ ਸਾਧੂ ਤਰੀ ਨਹੀਂ ਖੈਰ। ਜਦੋਂ ਗਰੀਬ ਮਿਹਨਤ ਤੱਕ ਦਲਿਤ ਇਕੱਠੇ ਹੋ ਜਾਂਦੇ ਆ ਤੇ ਫਿਰ ਬੇਈਮਾਨਾ ਤੇਰੀ ਨਹੀਂ ਖੈਰ, ਤੈਨੂੰ ਕੁਰਸੀ ਤੋਂ ਲਾ ਕੇ ਛੱਡਾਂਗੇ। ਤੇ ਆਉਣ ਵਾਲੇ ਜਿੰਨੇ ਮੰਤਰੀ ਉਹਨਾਂ ਨੇ ਇੱਕ ਸੰਦੇਸ਼, ਜਿੰਨੇ ਕਰਪਟ ਲੋਕ ਉਹਨਾਂ ਨੇ ਇੱਕ ਮੈਸੇਜ, ਜੇ ਕਿਸੇ ਨੇ ਇੱਕ ਪੈਸਾ ਮੋਰੀ ਵਾਲਾ ਦਲਿਤ ਦੇ ਬੱਚਿਆਂ ਦੇ ਭਵਿੱਖ ਵਾਸਤੇ ਜਿਹੜੀ ਆਈ ਰਕਮ ਦੇ ਵਿੱਚੋਂ ਖਾਧਾ ਤੇ ਉਹਦਾ ਹਾਲ ਦੇ ਵਿੱਚ ਸਾਧੂ ਸਿੰਘ ਧਰਮਸੋਤ ਵਰਗਾ ਹੋਊਗਾ। ਉਹਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਜਿਹੜਾ ਇੱਥੋਂ ਚੱਲ ਕੇ ਉਹ ਤੁਹਾਨੂੰ ਪੂਰ ਸਾਹਿਬ ਦੱਸ ਦੇਣਗੇ। ਇਸ ਪਿੰਡ ਦੇ ਨੌਜਵਾਨ ਚਾਹੇ ਤੁਸੀਂ ਸਾਡੇ ਨਾਲ ਅਗਲੇ ਪਿੰਡ ਤੱਕ ਚੱਲਿਓ, ਉੱਥੋਂ ਵਾਪਸ ਆ ਜਾਓ, ਕੋਜੇਵਾਲ ਤੋਂ ਤੁਰ ਕੇ ਤੁਸੀਂ ਅਗਲੇ ਪਿੰਡੋਂ ਆ ਜਾਓ, ਅਗਲੇ ਪਿੰਡ ਵਾਲੇ ਅੱਗੇ ਜਾਣਗੇ ਤਾਂ ਜੋ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕੋਲੇ ਦੋਸਤੋ ਨਹੀਂ ਪੈਸੇ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਵਾਸਤੇ, ਟੀਵੀ ਦਾ ਪ੍ਰਾਈਮ ਟਾਈਮ ਖਰੀਦਣ ਵਾਸਤੇ ਨਹੀਂ ਪੈਸੇ, ਸਾਡੇ ਕੋਲ ਇੱਕੋ ਹੀ ਹਥਿਆਰ ਸੋਸ਼ਲ ਮੀਡੀਆ ਉਹਦੇ ਉੱਤੇ ਇਕੱਤਰਤਾ ਕਰਕੇ ਸਰਕਾਰ ਕਾਂਗਰਸ ਨੂੰ ਮਜਬੂਰ ਕਰ ਦਿਓ ਕਿ ਇਸ ਬੇਈਮਾਨ ਮੰਤਰੀ ਨੂੰ ਲਾ ਕੇ CBI ਦੀ ਜਾਂਚ ਕਰਾਈ ਜਾਵੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ, ਤਰੱਕੀਆਂ ਬਖਸ਼ਿਸ਼ ਕਰੇ। ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਯਾਤਰਾ ਅਸੀਂ ਰਾਜਗੜ੍ਹ ਸਾਹਿਬ ਦੀ ਗੁਰਦੁਆਰਾ ਕਰਨੀ ਤੋਂ ਪ੍ਰਾਪਤ ਆਸ਼ੀਰਵਾਦ ਸਾਡੇ ਸਮੂਹਿਆਂ ਨੂੰ ਸ਼ੁਰੂਆਤ ਆਟੋਆਂ ਦੇ ਵਿੱਚ ਬੈਠ ਕੇ ਨਵਾਂ ਸ਼ਹਿਰ ਹਲਕਾ ਜਿਹੜਾ ਸੰਨੀ ਦਲਿਤ ਵਸੋਂ ਵਾਲਾ, ਅਸੀਂ ਆਟੋਆਂ 'ਚ ਬੈਠ ਕੇ ਲੋਕਾਂ ਨੂੰ ਬਰੋਸ਼ਰ ਵੰਡਦੇ ਹੋਏ, ਪੜਾਅ ਕਰਦੇ ਹੋਏ, ਲੋਕਾਂ ਨੂੰ ਮਿਲਦੇ ਹੋਏ, ਸੰਬੋਧਨ ਕਰਕੇ ਬੇਨਤੀ ਕਰਦੇ ਹੋਏ ਕਾਂਗਰਸ ਦਾ ਬਾਈਕਾਟ ਕਰੋ। ਜਿੰਨੀ ਦੇਰ ਤੱਕ ਸਾਧੂ ਸਿੰਘ ਧਰਮਸੋਤ ਜਿਹੜਾ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਸੈਂਕੜੇ ਕਰੋੜ ਖਾ ਗਿਆ, ਜਿਹਦੀ ਰਿਪੋਰਟ ਇੱਕ ਸੀਨੀਅਰ IAS ਅਫਸਰ ਨੇ ਰਿਟਰਨ ਸੈਂਕੜੇ ਭੇਜਣ ਦੀ ਸਰਕਾਰ ਨੂੰ ਸੌਂਪੀ। ਜਿੰਨੀ ਦੇਰ ਤੱਕ ਇਹਨੂੰ ਡਿਸਮਿਸ ਨਹੀਂ ਕਰਦੇ, CBI ਦੀ ਜਾਂਚ ਨਹੀਂ ਕਰਾਉਂਦੇ, ਉਨੀ ਦੇਰ ਤੱਕ ਕਾਂਗਰਸੀਆਂ ਨੂੰ ਮੂੰਹ ਨਾ ਲਾਓ। ਐਂਡ 310 ਕਰੋੜ ਰੁਪਈਆ ਕੇਂਦਰ ਤੋਂ ਪੰਜਾਬ ਸਰਕਾਰ ਕੋਲ ਆਇਆ, ਉਹ ਜਾਰੀ ਨਹੀਂ ਕੀਤਾ ਜਾ ਰਿਹਾ। ਮੈਂ ਕੱਲ੍ਹ ਹੁਸ਼ਿਆਰਪੁਰ ਜਾ ਕੇ ਆਇਆ, B.Ed ਵਾਲੀਆਂ ਬੱਚੀਆਂ ਰੋਲ ਨੰਬਰ ਨਹੀਂ ਮਿਲ ਰਹੇ। ਉਹ 310 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰੋ। 100 ਕਰੋੜ ਰੁਪਈਆ ਨਵੇਂ ਦਾਖਲਿਆਂ ਦਾ ਤੇ 210 ਕਰੋੜ ਰੁਪਈਆ ਮੇਨਟੇਨੈਂਸ ਅਲਾਊਂਸ ਦਲਿਤ ਵਿਦਿਆਰਥੀ ਜਿਹੜੇ 2015 ਤੋਂ 18 ਤੱਕ ਪਾਸ ਆਊਟ ਹੋ ਚੁੱਕੇ ਆ। ਦੋਸਤੋ, ਜੇ ਧਰਮਸੋਤ ਇਸ ਵਾਰ ਬਚ ਗਿਆ, ਸੈਂਕੜੇ ਕਰੋੜ ਦਾ ਗਬਨ ਉਜਾਗਰ ਅਸੀਂ ਨਹੀਂ ਕੀਤਾ, ਇੱਕ ਸੀਨੀਅਰ IAS ਨੇ ਕੀਤਾ। ਜੇ ਤਾਂ ਕੋਈ ਪੋਲੀਟੀਕਲ ਅਪੋਜ਼ਿਟ ਪਾਰਟੀ ਉਜਾਗਰ ਕਰੇ ਫਿਰ ਤਾਂ ਜਾਂਚ ਪੜਤਾਲ ਦੀ ਲੋੜ ਹੈ। ਹੁਣ ਇੱਕ ਐਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਅਫਸਰ ਉਜਾਗਰ ਕਰ ਰਿਹਾ, ਤੇ ਜੇ ਹਜੇ ਵੀ ਧਰਮਸੋਤ ਬਚ ਗਿਆ ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਵਿੱਖ ਦੇ ਵਿੱਚ ਦਲਿਤ ਬੱਚੇ ਇਸ ਸਕੀਮ ਦਾ ਲਾਭ ਨਹੀਂ ਲੈ ਪਾਉਣਗੇ। ਤੇ ਜੇ ਹੁਣ ਇਕੱਠੇ ਹੋ ਕੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਤੇ CBI ਦੀ ਜਾਂਚ ਕਿਉਂਕਿ ਕੇਂਦਰੀ ਫੰਡ ਆ, ਤੇ ਫਿਰ ਭਵਿੱਖ ਦੇ ਵਿੱਚ ਕੋਈ ਬੇਈਮਾਨ ਇਸ ਦਲਿਤ ਵਜ਼ੀਫਾ ਰਾਸ਼ੀ ਨੂੰ ਚੋਰੀ ਕਰਨ ਦੀ ਹਿੰਮਤ ਨਹੀਂ ਜਤਾ ਪਾਏਗਾ। ਤਾਂ ਮੈਨੂੰ ਪੂਰਨ ਆਸ ਹੈ ਕਿ ਅਸੀਂ ਜਿਹੜਾ ਪਹਿਲਾ ਪੜਾਅ ਸਾਡਾ 4 ਦਿਨ
ਦੁਆਬਾ, ਅੱਜ ਨਵਾਂਸ਼ਹਿਰ, ਕੱਲ੍ਹ ਜਲੰਧਰ, ਪਰਸੋਂ ਫਗਵਾੜਾ ਤੇ ਚੌਥ ਨੂੰ ਫਲੌਰ। ਉਸ ਤੋਂ ਬਾਅਦ ਦੇ ਵਿੱਚ ਦੂਜੇ ਪੜਾਅ ਦੇ ਵਿੱਚ ਮਾਝੇ ਦੇ ਹਲਕੇ ਆ, ਤੀਜਾ ਪੜਾਅ ਜਿਹੜਾ ਤੀਸਰਾ ਅੰਤਿਮ ਪੜਾਅ ਉਹ ਮਾਲਵਾ ਦੀ ਧਰਤੀ ਤੇ। ਅਸੀਂ ਵੱਡੀ ਪੱਧਰ ਤੇ ਦਲਿਤ ਨੂੰ ਜਾਗਰੂਕ ਕਰਕੇ ਕਾਂਗਰਸ ਦਾ ਬਾਈਕਾਟ ਕਰਾਉਂਦੇ ਹੋਏ ਕਾਂਗਰਸ ਨੂੰ ਮਜਬੂਰ ਕਰ ਦਿਆਂਗੇ ਕਿ ਧਰਮ ਸੋਧ ਨੂੰ ਤੁਰੰਤ ਚੱਲਦਾ ਕਰ।